ਸਰੀਰ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ। ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ, ਕਾਲ ਚਾਹੀਦਾ ਹੈ। ਇੱਥੇ ਬੈਠਾ ਬੈਠਾ ਵੀ ਮਨ ਦੌੜ ਰਿਹਾ ਹੈ, ਤੋ ਸਮੇਂ 'ਚ ਦੌੜ ਰਿਹਾ, ਵਕਤ 'ਚ ਦੌੜ ਰਿਹਾ ਹੈ। ਕੁਝ ਗੁਜ਼ਰੇ ਹੋਏ ਸਮੇਂ ਦੇ 'ਚ ਦੌੜ ਰਿਹਾ ਹੈ, ਕੁਝ ਆਉਣ ਵਾਲੇ ਸਮੇਂ 'ਚ ਦੌੜ ਰਿਹਾ ਹੈ। ਮਨ ਦੌੜਦਾ ਹੈ, ਮਨ ਭੱਜਦਾ ਹੈ ਸਮੇਂ ਦੇ 'ਚ, ਕਾਲ ਦੇ 'ਚ। ਅੰਤਰੀਵ ਤੀਰਥ ਕਾਲ ਦੇ 'ਚ ਨਹੀਂ ਹੈ, ਅਕਾਲ ਦੇ 'ਚ ਹੈ। ਕਾਲ ਤੇ ਅਕਾਲ ਦੇ ਵਿਚਕਾਰ ਇੱਕ ਦਰਵਾਜ਼ਾ ਹੈ, ਦੁਆਰ ਹੈ, ਵਰਤਮਾਨ। ਕਦੀ ਕਦੀ ਮਨੁੱਖ ਪਾਠ ਕਰਦੇ ਹੋਇਆ, ਜਪ ਕਰਦੇ ਹੋਇਆ, ਕੀਰਤਨ ਕਰਦੇ ਹੋਇਆ, ਕੀਰਤਨ ਸੁਣਦੇ ਹੋਇਆ ਵਰਤਮਾਨ ਤੱਕ ਪਹੁੰਚਦਾ ਹੈ, ਦਰਵਾਜ਼ੇ ਤੱਕ ਪਹੁੰਚਦਾ ਹੈ, ਫਿਰ ਵਾਪਸ ਆ ਜਾਂਦਾ ਹੈ, ਕਿਉਂਕਿ ਢਲਾਨ ਹੈ। ਅਕਾਲ ਚੜਾਈ ਹੈ, ਇੱਕ ਔਗਟ ਘਾਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ। ਵਰਤਮਾਨ ਤੋਂ ਅੱਗੇ ਚੜਾਈ ਹੈ, ਥੱਲੇ ਢਲਾਨ ਹੈ। ਜੈਸੇ ਨਿਵਾਣ ਵਿੱਚ ਪਾਣੀ ਆਪਣੇ ਆਪ ਜਾਂਦਾ ਹੈ, ਪਰ ਚੜਾਈਆਂ ਤੇ ਬਿਨਾਂ ਪ੍ਰੈਸ਼ਰ ਤੋਂ ਨਹੀਂ ਜਾਏਗਾ। ਮਨ ਕਾਲ ਦੇ 'ਚ ਆਪਣੇ ਆਪ ਜਾਂਦਾ ਹੈ, ਬੈਠਾ ਬੈਠਾ ਵੀ ਕਾਲ ਦੇ 'ਚ ਭੱਜ ਰਿਹਾ, ਦੌੜ ਰਿਹਾ, ਢਲਾਨ ਹੈ। ਕਿਸੇ ਦੀ ਪ੍ਰੇਰਨਾ ਦੀ ਲੋੜ ਨਹੀਂ, ਕੋਈ ਸਾਧਨਾ ਦੀ ਲੋੜ ਨਹੀਂ, ਮਨ ਆਪੇ ਹੀ ਜਾਂਦਾ ਹੈ। ਜੈਸੇ ਪਾਣੀ ਆਪੇ ਹੀ ਜਾਂਦਾ ਹੈ ਢਲਾਨ ਦੀ ਤਰਫ, ਪਰ ਚੜਾਈਆਂ ਦੀ ਤਰਫ ਪਾਣੀ ਆਪੇ ਨਹੀਂ ਜਾਏਗਾ, ਆਪਣੇ ਆਪ ਨਹੀਂ ਜਾਏਗਾ। ਕਾਲ ਤੇ ਅਕਾਲ, ਵਕਤ ਸਮੇਂ ਤੇ ਸਮੇਂ ਤੋਂ ਰਹਿਤ ਅਵਸਥਾ, ਇਹਦੇ ਵਿਚਕਾਰ ਹੈ ਵਰਤਮਾਨ। ਅਗਰ ਉੱਥੋਂ ਕੋਈ ਲੰਘ ਜਾਏ ਤਾਂ ਅੰਤਰੀਵ ਤੀਰਥ ਤੇ ਪਹੁੰਚ ਜਾਂਦਾ ਹੈ। ਸਾਰੇ ਪਾਪ ਧੁੱਲ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ, ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ। ਜਿਤਨੇ ਚਿਰ ਤੱਕ ਮਨੁੱਖ ਕਾਲ ਦੇ 'ਚ ਹੈ, ਜੰਮਦਾ ਰਹੇਗਾ, ਮਰਦਾ ਰਹੇਗਾ, ਹੱਸਦਾ ਰਹੇਗਾ, ਰੋਂਦਾ ਰਹੇਗਾ, ਸੁਖੀ ਹੋਵੇਗਾ, ਦੁਖੀ ਹੋਵੇਗਾ, ਕਿਸੇ ਵਕਤ ਖੁਸ਼ ਹੋਵੇਗਾ, ਕਿਸੇ ਵਕਤ ਬੇਹਾਲ ਬੇਚੈਨ ਹੋਵੇਗਾ, ਕਿਸੇ ਵਿੱਚ ਵਕਤ ਨਫੇ ਕਰਕੇ ਪ੍ਰਸੰਨ ਹੋਵੇਗਾ, ਕਿਸੇ ਵਕਤ ਨੁਕਸਾਨ ਦੇ ਨਾਲ ਦੁਖੀ ਹੋਵੇਗਾ। ਕਿਉਂਕਿ ਕਾਲ ਦੇ 'ਚ ਦੋਵੇਂ ਨੇ, ਕਾਲ ਦੇ 'ਚ ਇੱਕ ਨਹੀਂ ਹੈ। ਕਾਲ ਦੇ 'ਚ ਜਨਮ ਵੀ ਹੈ, ਮਰਨ ਵੀ ਹੈ, ਸੁੱਖ ਵੀ ਹੈ, ਔਰ ਹਰ ਸੁੱਖ ਦੇ ਪਿੱਛੇ ਦੁੱਖ ਹੈ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਬਸ ਇਸ ਤਰ੍ਹਾਂ ਕਾਲ ਦੇ 'ਚ ਦੋ ਨੇ, ਇੱਕ ਨਹੀਂ ਹੈ। ਭਗਤ ਦੋ ਤਰ੍ਹਾਂ ਦੇ ਹੋਏ ਨੇ। ਇੱਕ ਤੇ ਇਹ ਕਹਿੰਦੇ ਨੇ ਪ੍ਰਭੂ ਨੂੰ, ਅਸੀਂ ਸੁੱਖ ਨਹੀਂ ਮੰਗਦੇ। ਕਿਉਂ? ਕਬੀਰ ਕਹਿੰਦਾ ਨਹੀਂ ਚਾਹੀਦਾ ਮੈਨੂੰ ਸੁੱਖ। ਸੁੱਖ ਲਈ ਮਨੁੱਖ ਪਤਾ ਨਹੀਂ ਕਿਤਨੇ ਯਤਨ ਤੇ ਵਸੀਲੇ ਜੁਟਾਉਂਦਾ ਹੈ। ਕਬੀਰ ਕਹਿੰਦਾ ਨਹੀਂ ਚਾਹੀਦਾ। ਹੇ ਪ੍ਰਭੂ, ਕਮ ਸੇ ਕਮ ਮੈਂ ਤੇਰੇ ਕੋਲੋਂ ਸੁੱਖ ਤੇ ਨਹੀਂ ਮੰਗਦਾ। ਕਿਉਂ? ਸਾਰੇ ਹੀ ਸੁੱਖ ਮੰਗਦੇ ਨੇ, ਐਸਾ ਤੇ ਕੋਈ ਵੀ ਨਹੀਂ ਜੋ ਸੁੱਖ ਨਾ ਮੰਗੇ। ਤੁਸੀਂ ਪ੍ਰਭੂ ਕੋਲ ਸੁੱਖ ਕਿਉਂ ਨਹੀਂ ਮੰਗਦੇ? ਕਬੀਰ ਕਹਿੰਦੇ ਮੈਨੂੰ ਸਮਝ ਆ ਗਈ ਹੈ। ਕੀ ਸਮਝ ਆਈ ਹੈ? ਸੁਖ ਮੰਗਤ ਦੁੱਖ ਆਗਲ ਆਵੇ, ਸੋ ਸੁਖ ਹਮੂ ਨਾ ਮੰਗਿਆ ਭਾਵੇ। ਜਿਤਨਾ ਸੁਖ ਮਿਲੀਏ ਨਾਲ ਦੁੱਖ ਆਪਣੇ ਆਪ ਆ ਜਾਂਦਾ, ਬਿਨਾਂ ਮੰਗੇ ਹੀ ਆ ਜਾਂਦਾ। ਇੱਜ਼ਤ ਦੇ ਨਾਲ ਬੇਇੱਜ਼ਤੀ ਆ ਹੀ ਜਾਂਦੀ ਹੈ, ਨਫੇ ਨਾਲ ਨੁਕਸਾਨ ਆ ਹੀ ਜਾਂਦਾ ਹੈ, ਜਨਮ ਦੇ ਨਾਲ ਮਰਨ ਆ ਹੀ ਜਾਂਦਾ ਹੈ, ਜਵਾਨੀ ਦੇ ਨਾਲ ਬੁਢੇਪਾ ਆ ਹੀ ਜਾਂਦਾ ਹੈ। ਮੈਂ ਨਹੀਂ ਮੰਗਦਾ। ਧਾਰਮਿਕ ਵਿਦਵਾਨ ਕਹਿੰਦੇ ਨੇ ਕੋਈ ਮਨੁੱਖ ਕਿੰਨਾ ਕੁ ਦੁਖੀ ਹੈ, ਕਹਿੰਦੇ ਨੇ ਦੇਖ ਲਓ ਕਿਤਨਾ ਕੁ ਸੁਖੀ ਹੈ, ਬਸ ਜਿੰਨਾ ਸੁਖੀ ਹੈ ਉਨਾ ਹੀ ਦੁਖੀ ਹੈ।
दुख किसी कोल पुछण दी लोड़ नहीं, उहदे सुख वेख लो उन्ना ही दुखी होवेगा। जिन्ना हसदा पिया है उतना ही रोंदा पिया है। ये पहचान है। कबीर कहते हैं कम से कम प्रभु मेरी ये मंगते नहीं है। मैनू समझ आ गई है, पता चल गया। इहदा मतलब है कबीर नूं इतना पता चल गया काल दिशते दोवें ने, तो मैं एक नूं मंगिया दूजा मिलेगा, फिर काल विच ही रह जावांगा, अकाल दिशते पहुंचांगा नहीं। दूसरे भगत नामदेव जी वो कहते ने जे राज दें ता कमन वडाई, जे भीख मंगाए ता क्या घट जाए। तू शहनशाहां दा शहनशाह बना दे, साडा वध की जाना है। ते तू दर दर दा भिखारी बना देवें, साडा घट की जाना है। भिखारी होना भी सानू कबूल है, राजा होना भी कबूल है, दोवें कबूल है। असी दोवें प्रवान करते हैं। संसारी किस नूं कहंदे ने? एक नूं कबूल करदा है, एक नूं नहीं। जन्म नूं कबूल करदा है, मरण नूं नहीं। या तो मनुख दोहां दा त्यागी होवे या दोहां नूं कबूल करे, तां ही दोहां तो छुटकारा होवेगा, वरना नहीं। एक बुनियादी नुकता है, ध्यान नाल सुनना। या तो दोहां दा त्याग करे या दोहां नूं कबूल करे, क्योंकि दो इकट्ठे ने। ऐसा हो ही नहीं सकता कोई मनुख ये आखे कि तस्वीर का एक पहलू मैनू चाहिए है, पिछला भाग नहीं। नहीं, दोवें पहलू आने, सिक्के दे दोवें पहलू हाथ च होणगे। नामदेव कहते हैं प्रभु दोवें ही कबूल ने, क्योंकि मैनू पता है तू दो रंगी संसार बनाया है, दोवें ही कबूल ने। दोहां नूं कबूल करदियां ही दोहां तो छुटकारा हो जाता है। अभ्यासी लोग इसनूं समझते हैं। कि कबीर कहते ने आपां दोए ही नहीं मंगते, गल खत्म। नहीं सुख मंगते, क्यों? सानू पता है सुख दे पिछे दुख है। नहीं जीवन मंगते, क्योंकि सानू पता है जीवन दे पिछे ही मौत है। मौत रहित जीवन है ही नहीं। ये दो तरह के भगत होए ने। सारे भगत इन्हां दो हिस्सियां च वंडे जा सकते हैं। एक जो कहता है प्रभु कम से कम असी सुख ते नहीं मंगते, क्यों? सुख दे पिछे दुख है, वह भी आवेगा, आप नहीं मंगते। ये दोवें अपने कोल रख। दूसरा कहता दोवें ही कबूल है, जन्म भी कबूल है, मरण भी कबूल है, दोवें ही कबूल है। जवानी भी कबूल है, बुढ़ेपा भी कबूल है। ये दो तरह के भगत ने। बाकी सारे संसारी ने जवानी कबूल है, बुढ़ेपा नहीं। जन्म कबूल है, मरण नहीं। लोग मरदे दम तक जन्मदिन मनाते हैं, और की है, कोई मरण दिन थोड़ी मनाते हैं। जबकि साहिब कहते पहला मरण कबूल, जन्म तो हो गया, गल खत्म, मरना कबूल करो। संसारी एक कबूल है, एक नहीं। जवानी कबूल है, बुढ़ेपा नहीं। इस वास्ते बेशतर बुढ़े अपनी उम्र घटा के दसते हैं, ये भी महसूस करते हैं। आंदे 60 दे ने, 45 दसते ने। आंदे 70 दे ने, 50 दसते ने। ये मेरा अनुभव है। आंदे 40 दे ने, 30 दसते ने। और विद्वान कहते ने बीबियां 30 तो अगे जांदियां ही नहीं, इत्थे ही रुकदियां, इत्थे ही रुकदियां। जवानी कबूल है, बुढ़ेपा नहीं। जन्म कबूल है, मरण नहीं। पर कौन दसे काल दिशते दोवें ने, समय दिशते दोवें ने। समय दिश जीण वाले नूं ये दोवें कबूल करने पैणगे, तां ही समय तो निकल सकेगा, काल तो निकल सकेगा, वरना नहीं निकलेगा। काल दे विच ही रहेगा। तो काल दे विच की है? जमना ते मरना।
ਹੱਸਣਾ ਤੇ ਰੋਣਾ, ਸੁਖੀ ਹੋਣਾ ਤੇ ਦੁਖੀ ਹੋਣਾ। ਹਰ ਸੁੱਖ ਦੁੱਖ ਦੇ 'ਚ ਬਦਲਦਾ ਹੈ, ਹਰ ਜਨਮ ਮਰਨ ਦੇ 'ਚ ਬਦਲਦਾ ਹੈ, ਹਰ ਜਵਾਨੀ ਬੁਢੇਪੇ ਦੇ 'ਚ ਬਦਲਦੀ ਹੈ। ਜਿਤਨੇ ਚਿਰ ਤੱਕ ਇਸ ਸਮੇਂ ਦੇ 'ਚ ਹੋਵੇਗਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਰਨ ਤੋਂ ਬਾਅਦ ਫਿਰ ਵੀ ਕਾਲ ਦੇ 'ਚ ਹੋਵੇਗਾ, ਫਿਰ ਜਨਮ ਹੋਵੇਗਾ। ਸਮੇਂ ਦਾ ਇੱਕ ਬਹੁਤ ਛੋਟਾ ਭਾਗ ਹੈ। ਕਿਹੜਾ? ਇੱਕ ਛਿਨ, ਇੱਕ ਪਲ, ਇੱਕ ਦਮ। ਇੱਕ ਚਿਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच न आयो। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚੌਪਈ ਦੀ ਬਾਣੀ ਹੈ, ਉਹਦੀਆਂ ਆਖਰੀ ਪੰਕਤੀਆਂ। ਅਗਰ ਕੋਈ ਇੱਕ ਛਿਨ ਦੇ 'ਚ ਆ ਜਾਏ, ਵਰਤਮਾਨ ਦੇ 'ਚ ਆ ਗਿਆ, ਐਸੇ ਮਨੁੱਖ ਦੀ ਹੁਣ ਕੋਸ਼ਿਸ਼ ਹੋਏਗੀ ਪਿੱਛੇ ਨਹੀਂ ਮੁੜੇਗਾ। ਇਹ ਗੱਲ ਵੱਖਰੀ ਹੈ। ਕਦੀ ਕਦਾਈ ਵਰਤਮਾਨ ਵਿੱਚ ਪਹੁੰਚੇ ਪਿੱਛੇ ਮੁੜ ਜਾਂਦੇ ਨੇ, ਖਤਰਾ ਹੈ। ਲੇਕਿਨ ਵਰਤਮਾਨ ਸਮੇਂ ਦਾ ਸਭ ਤੋਂ ਛੋਟਾ ਭਾਗ ਹੈ। ਇੱਕ क्षण, ਇੱਕ ਸੈਕਿੰਡ, ਇੱਕਦਮ। ਇਹ ਜੋ ਇੱਕਦਮ ਹੈ, ਇੱਕ ਸੈਕਿੰਡ ਹੈ। ਇੱਕਦਮ ਦੇ 'ਚ ਅਗਰ ਕੋਈ ਆ ਜਾਏ ਤੇ ਇੱਕਦਮ ਦੇ 'ਚ ਆਉਣ ਵਾਸਤੇ ਕਾਲ ਤੇ ਭੁਲਾਣਾ ਪਏਗਾ, ਤੇ ਕਾਲ ਤਾਂ ਭੁੱਲੇਗਾ ਅਕਾਲ ਨੂੰ ਯਾਦ ਕਰੇ, ਵਰਨਾ ਭੁੱਲਦਾ ਨਹੀਂ। ਤੇ ਕਾਲ ਦੀ ਯਾਦ ਕੀ ਹੈ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ, ਆਉਣ ਵਾਲੇ ਸਮੇਂ ਦੀ ਚਿੰਤਾ। ਇਹ ਕਾਲ ਦੇ 'ਚ ਜੀਵਣਾ। ਭਾਈ ਵੀਰ ਸਿੰਘ ਜੀ ਇਸ ਨੂੰ ਇੰਜ ਬਿਆਨ ਕਰਦੇ ਨੇ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜੋ ਸਮਾਂ ਲੰਘ ਗਿਆ ਉਸ ਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ, ਤੇ ਜੋ ਸਮਾਂ ਆਉਣ ਵਾਲਾ ਹੈ ਉਹਦੀ ਚਿੰਤਾ ਮੈਨੂੰ ਜਲਾਈ ਜਾ ਰਹੀ ਹੈ। ਗੁਜ਼ਰਿਆ ਹੋਇਆ ਸਮਾਂ ਖਾਈ ਜਾ ਰਿਹਾ ਹੈ, ਆਉਣ ਵਾਲਾ ਸਮਾਂ ਜਲਾਈ ਜਾ ਰਿਹਾ ਹੈ। ਆਉਣ ਵਾਲੇ ਕੱਲ ਦੀ ਚਿੰਤਾ, ਗੁਜ਼ਰੇ ਹੋਏ ਕੱਲ ਦੀਆਂ ਯਾਦਾਂ। ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਕਿਉਂ ਨੇ? ਗੁਜ਼ਰੇ ਹੋਏ ਕੱਲ ਦੇ 'ਚ ਕੁਝ ਸੁੱਖ ਸਨ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਕੱਲ ਦੇ 'ਚ ਕੁਝ ਚੋਟਾਂ ਮਿਲੀਆਂ ਸਨ, ਦੁੱਖ ਮਿਲੇ ਸਨ, ਯਾਦ ਆਉਂਦੇ ਨੇ। ਕੋਈ ਅਜ਼ੀਜ਼ ਪਿਆਰਾ ਮਿਲਿਆ ਸੀ ਗੁਜ਼ਰੇ ਹੋਏ ਸਮੇਂ 'ਚ, ਯਾਦ ਆਉਂਦਾ ਹੈ। ਕੋਈ ਵਿਛੜ ਗਿਆ ਸੀ, ਯਾਦ ਆਉਂਦਾ ਹੈ। ਸੁੱਖ ਦੁੱਖ ਯਾਦ ਆਉਂਦੇ ਨੇ। ਕਿਧਰੇ ਸਨਮਾਨ ਮਿਲਿਆ ਸੀ, ਯਾਦ ਆਉਂਦਾ ਹੈ। ਬੜਾ ਭਾਰੀ ਅਪਮਾਨ ਹੋ ਗਿਆ ਸੀ, ਯਾਦ ਆਉਂਦਾ ਹੈ। ਜੋ ਕਾਲ ਦੇ 'ਚ ਜੀ ਰਿਹਾ ਹੈ, ਮਾਨੋ ਸੁੱਖ ਦੀਆਂ ਯਾਦਾਂ ਦੇ 'ਚ ਜੀ ਰਿਹਾ ਹੈ, ਦੁੱਖ ਦੀਆਂ ਯਾਦਾਂ ਦੇ 'ਚ ਜੀ ਰਿਹਾ ਹੈ। ਫਿਰ ਅੱਗੋਂ ਜੀ ਰਿਹਾ ਹੈ, ਦੁੱਖ ਦੀ ਚਿੰਤਾ ਦੇ 'ਚ ਜੀ ਰਿਹਾ ਹੈ, ਸੁੱਖ ਦੀ ਮੰਗ ਦੇ 'ਚ ਜੀ ਰਿਹਾ ਹੈ, ਕਾਲ ਦੇ 'ਚ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਗੁਜ਼ਰਿਆ ਹੋਇਆ ਸਮਾਂ ਮੈਨੂੰ ਖਾਈ ਜਾ ਰਿਹਾ ਹੈ, ਆਉਣ ਵਾਲਾ ਸਮਾਂ ਮੈਨੂੰ ਜਲਾਈ ਜਾ ਰਿਹਾ ਹੈ। ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਖਾਈ ਜਾਂਦੀਆਂ ਨੇ, ਆਉਣ ਵਾਲੇ ਕੱਲ ਦੀ ਚਿੰਤਾ ਜਲਾਈ ਜਾਂਦੀ ਹੈ। ਸਾਰਾ ਜਗਤ ਇਸੇ ਢੰਗ ਨਾਲ ਜੀ ਰਿਹਾ ਹੈ। ਸਮੇਂ ਦਾ ਇੱਕ ਛੋਟਾ ਭਾਗ ਹੈ ਵਰਤਮਾਨ। ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜਿਹਨੂੰ ਵਰਤਨ ਵਲੇ ਵਿੱਚ ਲਿਆਇਆ ਜਾ ਸਕਦਾ ਹੈ, ਜਿਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਹਨੂੰ ਅਸੀਂ ਵਰਤ ਸਕਦੇ ਹਾਂ। ਬਰਤਨ, ਵਰਤਨ। ਤੇ ਕਿਹਨੂੰ ਵਰਤ ਸਕਦੇ ਹਾਂ? ਇੱਕਦਮ ਵਰਤ ਸਕਦੇ ਹਾਂ। ਇੱਕਦਮ ਸਮਾਂ, ਇੱਕਦਮ ਵਰਤਮਾਨ ਹੈ, ਇੱਕਦਮ ਹੀ ਸਾਡੇ ਕੋਲ ਹੈ। ਹਮ ਆਦਮੀ ਹਾਂ ਇੱਕਦਮ ਹੀ, ਮੌਲਤ ਮੌਤ ਨਾ ਜਾਣਾ। ਮਹਾਰਾਜ ਕਹਿੰਦੇ ਨੇ, ਆਦਮੀ ਦੀ ਮਲਕੀਅਤ ਇੱਕਦਮ ਹੈ, ਇੱਕਦਮ। ਜੋ ਦਮ ਲੰਘ ਗਏ ਉਹ ਤੇ ਖਰਚ ਹੋ ਗਏ, ਉਹ ਤੇ ਕੋਈ ਨਹੀਂ ਇਹਦੇ ਕੋਲ। ਤੇ ਜਿਹੜੇ ਦਮ ਆਉਣੇ ਨੇ ਉਹ ਹੱਥ ਦੇ 'ਚ ਕੋਈ ਨਹੀਂ ਅਜੇ, ਉਹ ਜੇਬ ਦੇ 'ਚ ਨਹੀਂ ਨੇ। ਜਿਹੜੇ ਦਮ ਆਏ ਨਹੀਂ ਇਹ ਵਰਤ ਨਹੀਂ ਸਕਦਾ,
ਜਿਹੜੇ ਦਮ ਚਲੇ ਗਏ ਇਹ ਵਰਤ ਨਹੀਂ ਸਕਦਾ। ਕਿਹੜਾ ਦਮ ਵਰਤ ਸਕਦਾ? ਇੱਕ ਜੋ ਮੂੰਹ ਦੇ 'ਚ ਹੈ, ਇਹਨੂੰ ਹੀ ਵਰਤ ਸਕਦਾ ਹੈ। ਇਸੇ ਨੂੰ ਨੰਦ ਲਾਲ ਕਹਿੰਦੇ ਨੇ, ਯਕਦਮ ਬਖੇਸ਼ ਰਾ ਨਾ ਬੁਰਦਮ ਕਿ ਕੀਸਤਮ ਇਹ ਵਾਏ ਨਕਦੇ ਜ਼ਿੰਦਗੀ ਰਾਏ ਗਾਂ ਗੁਜਸਤ। ਇਸ ਪੌੜੀ ਤੇ ਮੈਂ ਇਸ ਵਾਸਤੇ ਇਤਨਾ ਸਮਾਂ ਲਾਇਆ। ਇਹਨੂੰ ਜਦ ਮੈਂ ਲਿਖਤੀ ਰੂਪ ਦਿੱਤਾ ਸੀ, ਗਾਲਬਨ 100 ਸਫ਼ਿਆਂ 'ਚ ਵੀ ਪੂਰਾ ਨਹੀਂ ਕਰ ਸਕਿਆ ਸੀ। ਤੇ ਬਹੁਤਿਆਂ ਦੇ ਪ੍ਰਸ਼ਨ ਆਉਂਦੇ ਸਨ, ਅੰਤਰੀਵ ਤੀਰਥ ਫਿਰ ਕੀ ਹੈ? ਅੰਤਰੀਵ ਤੀਰਥ ਉਹ ਕਿਸੇ ਸ਼ਹਿਰ ਦੇ 'ਚ ਨਹੀਂ ਹੈ, ਕਿਸੇ ਮੁਲਕ ਦੇ 'ਚ ਨਹੀਂ ਹੈ। ਉੱਥੇ ਪਹੁੰਚ ਜਾਈਏ ਤੇ ਇਸ਼ਨਾਨ ਕਰੀਏ ਤੇ ਪਾਪ ਧੁਲ ਜਾਣ, ਨਹੀਂ। ਅੰਤਰੀਵ ਤੀਰਥ ਅੰਦਰ ਹੀ ਹੈ, ਔਰ ਹਰ ਇੱਕ ਦੇ ਅੰਦਰ ਹੈ, ਘਟ ਘਟ ਦੇ 'ਚ ਹੈ। ਪਰ ਮਨੁੱਖ ਨੂੰ ਅੱਜ ਤੱਕ ਜੋ ਕੁਛ ਵੀ ਮਿਲਿਆ ਬਾਹਰ ਮਿਲਿਆ, ਤੇ ਬਾਹਰ ਮਿਲਿਆ ਕਰ ਕਰਕੇ ਮਿਲਿਆ। ਮੈਂ ਫਿਰ ਦੁਹਰਾਵਾਂ, ਮਨੁੱਖ ਨੂੰ ਅੱਜ ਤੱਕ ਜੋ ਕੁਛ ਮਿਲਿਆ ਬਾਹਰ ਮਿਲਿਆ, ਪਰਿਵਾਰ ਮਿਲਿਆ, ਪਦਾਰਥ ਮਿਲੇ ਨੇ, ਮਾਣ ਸਨਮਾਨ ਮਿਲਿਆ, ਬਾਹਰੋਂ ਮਿਲਿਆ, ਔਰ ਕਰ ਕਰਕੇ ਮਿਲਿਆ। ਇਹ ਸੋਚਦਾ ਹੈ ਸ਼ਾਇਦ ਪਰਮਾਤਮਾ ਵੀ ਬਾਹਰੋਂ ਮਿਲੇ ਤੇ ਕਰ ਕਰਕੇ ਮਿਲੇਗਾ। ਅਗਰ ਮੇਰੇ ਕੀਤੇ ਹੋਏ ਨਾਲ, ਮੇਰੇ ਕੁਛ ਕਰਨ ਨਾਲ ਮੈਨੂੰ ਪਰਮਾਤਮਾ ਮਿਲਦਾ ਹੈ, ਪਰਮਾਤਮਾ ਕਤਈ ਵੱਡਾ ਨਹੀਂ, ਮੇਰਾ ਕਰਨਾ ਵੱਡਾ ਹੈ। ਜੋ ਮੈਂ ਕੀਤਾ ਹੈ ਉਹ ਵੱਡਾ ਹੈ। ਜਿਸ ਪੈਸੇ ਨਾਲ ਬਾਜ਼ਾਰ 'ਚ ਮੈਨੂੰ ਚੀਜ਼ ਮਿਲ ਗਈ, ਉਹ ਚੀਜ਼ ਇਤਨੀ ਵੱਡੀ ਨਹੀਂ ਹੈ, ਮੇਰਾ ਦਿੱਤਾ ਹੋਇਆ ਪੈਸਾ ਵੱਡਾ ਹੈ। ਮੇਰਾ ਕਰਮ ਮਹਾਨ ਹੈ ਜਿਹਦੇ ਨਾਲ ਮੈਨੂੰ ਪਰਮਾਤਮਾ ਮਿਲ ਗਿਆ। ਪਰਮਾਤਮਾ ਥੋੜੀ ਮਹਾਨ ਹੈ। ਕੋਈ ਵੀ ਮਨੁੱਖ ਉਤਨੇ ਕਰਮ ਕਰੇਗਾ, ਰੱਬ ਮਿਲ ਜਾਏਗਾ। ਹੁਣ ਮੈਂ ਫਿਰ ਅਰਜ਼ ਕਰਾਂ, ਕਰ ਕਰਕੇ ਨਹੀਂ ਮਿਲੇਗਾ। ਜਾਂ ਕਰ ਕਰਕੇ ਮਿਲ ਸਕਦਾ ਹੈ ਤਾਂ ਚਲੋ ਕੋਈ ਇੱਕ ਅੱਧ ਬੰਦਾ ਲੱਭ ਲਓ, ਉਹਦੇ ਕੋਲ ਪੁੱਛੋ ਕਿ ਇਹਨੂੰ ਕਰ ਕਰਕੇ ਖੇਡ ਕੁਝ ਬਣੀ ਹੈ। ਬੜਾ ਪਾਠ ਕੀਤਾ ਹੋਵੇਗਾ, ਬੜੀ ਸੇਵਾ ਕੀਤੀ ਹੋਵੇਗੀ, ਬੜਾ ਦਾਨ ਪੁੰਨ ਕੀਤਾ ਹੋਵੇਗਾ, ਤੂੰ ਬੜਾ ਕੁਝ ਕੀਤਾ ਹੋਵੇਗਾ, ਔਰ ਧਾਰਮਿਕ ਜਗਤ ਵਿੱਚ ਲੋਕੀ ਕਰਦੇ ਨੇ। ਬਹੁਤਾ ਮੈਂ ਹਰ ਪਹਿਲੂ ਨਹੀਂ ਖੋਲਣੇ, ਇੰਨਾ ਹੀ ਅਰਜ਼ ਕਰਾਂ, ਕਰ ਕਰਕੇ ਤੇ ਕਿਸੇ ਨੂੰ ਨਹੀਂ ਮਿਲਿਆ, ਅੱਜ ਤੱਕ ਨਹੀਂ ਮਿਲਿਆ। ਜਾਂ ਮਿਲਿਆ ਤੇ ਕੋਈ ਦੱਸੇ ਕਰ ਕਰਕੇ ਮਿਲਿਆ। ਮੈਂ ਇਤਨਾ ਦਾਨ ਦਿੱਤਾ ਹੈ ਤੇ ਭਗਵਾਨ ਮਿਲ ਗਏ, ਇਤਨੇ ਪਾਠ ਕੀਤੇ ਨੇ ਤੇ ਪ੍ਰਭੂ ਮਿਲ ਗਏ, ਇਤਨਾ ਸਤਸੰਗ ਕੀਤਾ ਹੈ ਤੇ ਸਤ ਪ੍ਰਾਪਤ ਹੋ ਗਿਆ, ਈਸ਼ਵਰ ਮਿਲ ਗਏ। ਫਿਰ ਕੁਛ ਨਾ ਕਰੀਏ, ਨਹੀਂ ਕਰ ਕਰਕੇ ਪਹੁੰਚਣਾ ਹੈ ਉੱਥੇ ਜਿੱਥੇ ਕਰਨਾ ਕੁਛ ਵੀ ਨਹੀਂ। ਅਕਰਮ ਹੈ, ਅਧਰਮ ਹੈ, ਪਰਮਾਤਮਾ ਕੁਛ ਵੀ ਨਹੀਂ ਕਰਦਾ। ਤੁਸੀਂ ਆਖੋਗੇ ਇਤਨਾ ਵੱਡਾ ਬ੍ਰਹਿਮੰਡ, ਇਤਨੇ ਸੂਰਜ ਚੰਦ ਤਾਰੇ, ਇਹ ਸਭ ਕੁਝ ਉਸ ਤੋਂ ਹੋ ਰਿਹਾ ਹੈ, ਉਹ ਕਰਦਾ ਨਹੀਂ। ਹੋ ਰਿਹਾ, ਹੋ ਰਿਹਾ। ਜੈਸੇ ਕੋਈ ਅਕਾਲ ਵਿੱਚ ਪਹੁੰਚ ਜਾਂਦਾ ਹੈ ਤੇ ਇਹਦਾ ਇਹ ਮਤਲਬ ਨਹੀਂ ਉਹ ਹੱਥ ਪੈਰ ਨਹੀਂ ਚਲਾਉਂਦਾ, ਭੱਜਦਾ ਦੌੜਦਾ ਨਹੀਂ, ਕੁਛ ਕਰਦਾ ਨਹੀਂ ਹੈ। ਨਹੀਂ, ਉਸ ਤੋਂ ਸਭ ਕੁਝ ਹੁੰਦਾ ਹੈ, ਉਹ ਕਰਦਾ ਨਹੀਂ। ਕਰਤਾਪਨ ਖਤਮ ਹੋ ਜਾਂਦਾ ਹੈ, ਕਰਤਾਪਨ ਖਤਮ ਹੋ ਜਾਂਦਾ ਹੈ, ਹੁੰਦਾ ਹੈ, ਉਸ ਤੋਂ ਹੋ ਰਿਹਾ ਹੈ। ਇਸੇ ਨੂੰ ਕਹਿੰਦੇ ਨੇ ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਨਿਰਮਲ ਧਰਮ ਅਕਰਮ ਤੇ ਖੜਾ ਹੈ, ਕਰਮ ਤੇ ਨਹੀਂ ਖੜਾ। ਕਰਮ ਤੇ ਮੈਲਾ ਧਰਮ ਖੜਾ ਹੈ, ਕਰਮ ਤੇ ਮੈਲਾ ਖੜਾ ਹੈ, ਕਿਉਂਕਿ ਕਰਮ ਦਾ ਹੰਕਾਰ ਹੋਵੇਗਾ, ਮੈਂ ਕੀਤਾ ਐਸਾ ਖਿਆਲ ਹੋਵੇਗਾ। ਇਹ ਮੈਲਾ ਧਰਮ ਹੈ। ਸੰਸਾਰ ਵਿੱਚ ਲੋਕਾਂ ਕੋਲ ਧਰਮ ਹੈ ਮੈਲਾ, तो मैला ही करेगा, और की है। इस वास्ते लोकी बाजार दे च भी लड़ते हैं, घर बाहर दे च भी लड़ते हैं, लोकी मस्जिद मंदिरां ते गुरुद्वारियां च भी लड़ते हैं, खूब लड़ते हैं।
ਜਿਹੜੀਆਂ ਮਨੋਬਿਰਤੀਆਂ ਬਾਜ਼ਾਰ ਦੇ ਚ ਆਉਂਦੀਆਂ ਨੇ, ਪਰਿਵਾਰ ਦੇ ਚ ਆਉਂਦੀਆਂ ਨੇ, ਉਹੀ ਮਨੋਬਿਰਤੀਆਂ ਮੰਦਰ, ਮਸਜਿਦ, ਗੁਰਦੁਆਰੇ ਤੇ ਤੀਰਥਾਂ ਤੇ ਆਉਂਦੀਆਂ ਨੇ। ਮਨੋਬਿਰਤੀਆਂ ਤੇ ਉਹੀ ਨੇ। ਤੋ ਮੈਂ ਅਰਜ਼ ਕਰਾਂ, ਕਰਨ ਤੇ ਕਰ ਦੇ ਉੱਤੇ ਜੋ ਧਰਮ ਖੜਾ ਹੈ, ਮਹਿਲ ਹੈ। ਕਰਮ ਕਰਤ ਹੋਵੇ ਨੇ ਕਰਮ, ਕਰਦਿਆਂ ਕਿਧਰੇ ਅਕਰਮ ਹੋ ਜਾਏ। ਤੇ ਹੁਣ ਮੈਂ ਅਰਜ਼ ਕਰਾਂ, ਜਿਹਦਾ ਮਨ ਇੱਕ ਦਮ ਦੇ ਚ ਆ ਗਿਆ, ਕੀ ਕਰੇਗਾ? ਕਿਤਨਾ ਕਰ ਸਕਦਾ ਹੈ? ਕਿੰਨੇ ਕੁ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਟਿਕ ਗਿਆ? ਇੱਕ ਚਿਤ ਜੈ ਇੱਕ ਛਿਨ ਧਿਆਇਓ। ਇੱਕ ਛਿਨ ਦੇ ਚ, ਇੱਕ ਦਮ ਦੇ ਚ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ। ਤਾਂ ਮੈਂ ਫਿਰ ਦੁਹਰਾਵਾਂ, ਸਾਰੇ ਪਾਪ ਧੁੱਲਣਗੇ ਇੱਕ ਦਫਾ ਵਾਹਿਗੁਰੂ ਆਖਦੇ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਧੁੱਲਣਗੇ। ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ ਆ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਚ ਬੰਦੇ ਨੂੰ ਆਉਂਦੀ ਏ, ਇੱਕ ਦਫਾ ਕਹਿਣ ਦੀ ਜਾਚ ਨਹੀਂ ਆਉਂਦੀ। ਇੱਕ ਦਫਾ ਤੇ ਕਹਿਣਾ ਆਉਂਦਾ ਹੈ, ਇੱਕ ਛਿਨ ਦੇ ਚ, ਇੱਕ ਦਮ ਦੇ ਚ। ਮਨ ਉੱਥੇ ਆਵੇ, ਮਨ ਨਹੀਂ ਆਉਂਦਾ। ਮਨ ਕਾਲ ਦੇ ਚ ਭਟਕਦਾ ਹੈ। ਗੁਜ਼ਰੇ ਹੋਏ ਕਾਲ ਦੀਆਂ ਯਾਦਾਂ, ਆਉਣ ਵਾਲੇ ਕਾਲ ਦੀ ਚਿੰਤਾ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ, ਆਉਣ ਵਾਲੇ ਸਮੇਂ ਦੀ ਚਿੰਤਾ। ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ, ਉਹਨਾਂ ਦਮਾਂ ਦੇ 'ਚ ਕੁਝ ਮਿਲਿਆ ਸੀ, ਕੁਝ ਵਿਛੜਿਆ ਸੀ, ਯਾਦਾਂ ਨੇ। ਆਉਣ ਵਾਲੇ ਦਮਾਂ ਦੀ ਚਿੰਤਾ ਹੈ ਵੀ ਇਹਨਾਂ ਦਮਾਂ 'ਚ ਕੁਝ ਮਿਲੇ, ਵਿਛੜੇ ਨਾ। ਆਉਣ ਵਾਲੇ ਸਮੇਂ ਦੀ ਚਿੰਤਾ ਔਰ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਹਰ ਵਕਤ ਮਨੁੱਖ ਦੇ ਸਿਰ ਤੇ ਆਉਂਦਾ ਹੈ। ਮਨੁੱਖ ਦਬਿਆ ਹੁੰਦਾ ਹੈ। ਜੇ ਕਿਧਰੇ ਵਰਤਮਾਨ ਦੇ ਚ ਆ ਜਾਏ ਤੇ ਹੌਲਾ ਫੁੱਲ ਹੋ ਜਾਂਦਾ ਹੈ ਔਰ ਕੁਝ ਗੁਣਾਂ ਦੀ ਮਹਿਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਭਗਤੀ ਗੁਣਾਂ ਤੇ ਖੜੀ, ਇਸੇ ਪੌੜੀ ਜ਼ਿਕਰ ਆਏਗਾ। ਗੁਣਾਂ ਤੇ ਖੜੀ ਹੈ ਤੇ ਗੁਣ ਮਹਿਕ ਨੇ, ਸੁਗੰਧ ਨੇ। ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੋਵੇਗਾ, ਜੇ ਅਕਾਲ ਪਰਮਾਤਮਾ ਹੈ, ਪਰਮ ਆਨੰਦ ਹੈ, ਪਰਮ ਜੀਵਨ ਹੈ, ਜਿਸ ਵਿੱਚ ਮੌਤ ਨਹੀਂ ਹੈ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਸਾਹਿਬ ਕਹਿੰਦੇ ਨੇ ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਹੈ ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ, ਬੁਢੇਪਾ ਵੀ ਕੋਈ ਨਹੀਂ। ਗੱਲ ਖਤਮ। ਤੇ ਹੁਣ ਪੁੱਛੀਏ ਬਾਬੇ ਨੂੰ, ਮਹਾਰਾਜ ਅਸੀਂ ਵੀ ਫਿਰ ਉੱਥੇ ਹੀ ਮਕਾਨ ਬਣਾਉਂਦੇ। ਨਾਨਕ ਬੱਧਾ ਘਰ ਤਾਂ, ਅਸੀਂ ਆਪਣਾ ਘਰ ਉੱਥੇ ਬਣਾਇਆ। ਕਿੱਥੇ ਬਣਾਇਆ? ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ ਔਰ ਬੁਢੇਪਾ ਵੀ ਨਹੀਂ ਹੈ। ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ, ਮਰਨ ਦਾ ਭੈ ਮਿਟ ਜਾਂਦਾ ਹੈ। ਜਦ ਜੀਵਨ ਦੀ ਲਾਲਸਾ ਖਤਮ ਹੋ ਗਈ, ਮਰਨ ਦਾ ਭੈ ਖਤਮ ਹੋ ਗਿਆ, ਇਹ ਮਨੁੱਖ ਜਨਮ ਮਰਨ ਤੋਂ ਨਿਕਲ ਗਿਆ। ਜੀਵਨ ਦੀ ਲਾਲਸਾ ਹੈ ਬੜੀ ਪ੍ਰਬਲ, ਤੇ ਮਰਨ ਦਾ ਭੈ ਉਤਨਾ ਹੀ ਹੋਵੇਗਾ। ਕਿਤਨਾ? ਜਿਤਨਾ ਜੀਵਨ ਦੀ ਲਾਲਸਾ ਹੋਵੇਗੀ। ਇਹ ਤੇ ਕਾਲ ਦੇ ਚ ਹੈ। ਤੇ ਕਾਲ ਵਿੱਚ ਸਿਰਫ ਸੁੱਖ ਨਹੀਂ, ਦੁੱਖ ਵੀ ਹੈ। ਜਿਤਨੇ ਵੱਡੇ ਸੁੱਖ ਉਤਨੇ ਹੀ ਵੱਡੇ ਦੁੱਖ, ਜਿਤਨੇ ਛੋਟੇ ਸੁੱਖ ਉਤਨੇ ਦੁੱਖ ਵੀ ਛੋਟੇ। ਫਿਰ ਮਨੁੱਖ ਕਾਲ ਦੇ ਚ ਕਿਉਂ ਰਹਿੰਦਾ ਹੈ? ਕਹਿੰਦੇ ਨੇ ਵਾਸ਼ਨਾ ਕਰਕੇ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਆਸਾ ਦੀਵਾਰ ਦੇ ਸ਼ਲੋਕ ਦਾ ਖੁਲਾਸਾ ਕੀਤਾ ਹੈ ਭਾਈ ਗੁਰਦਾਸ ਜੀ ਨੇ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਕੁੰਜੀ ਕਹਿੰਦੇ ਨੇ। ਬਹੁਤ ਸਾਰੇ ਸ਼ਬਦ ਜੋ ਪੜ੍ਹਦੇ ਆ ਸਮਝ 'ਚ ਨਹੀਂ ਪੈ ਸਕਦੇ ਸਨ, ਉਸ ਜ਼ਮਾਨੇ 'ਚ ਭਾਈ ਗੁਰਦਾਸ ਜੀ ਨੇ ਖੋਲੇ ਸਨ।
नानक मेर शरीर का एक रथ वाओ, उसका खुलासा करते ने भाई गुरदास। जुग जुग मेर शरीर का, वासना बद्धा आवे जाए, फिर फेर वटाइए, ज्ञानी होए मरम को पाए। कोई सूझवान होवे, ज्ञानी होवे ते उदी समझ च आए। बार बार आवना आउंदा है वासना करके, ते वासना किस दी आउंदी है? जो नहीं है। जो है उदी वासना नहीं आउंदी, वो तो है ही है। जो कुछ है उसकी वासना खत्म हो जाती है, फिर भी वासना होती है, क्योंकि हुण भी कुछ ऐसा है जो नहीं है। 10 मुल्क जितण तो बाद सिकंदर दे नाल जो चल रहा सी एक साधु फकीर, उन्हें कहा हुण बस कर चलीए। कहंदा नहीं, अगले मुल्क जितने। वासना हमेशा उसे दी आउंदी है जो नहीं है, जो नहीं है। तो कुछ ना कुछ तो ऐसा होवेगा जो नहीं है, हर एक को, हर बशर को, चाहे आम साधारण बंदा है, चाहे मुल्क दा हुक्मरान है, चाहे आम मूर्ख है या महान गुणवान है, निर्धन है धनवान है, कुछ ना कुछ तो ऐसा होवेगा जो नहीं है। बहुत कुछ ऐसा होवेगा जो नहीं है, ये भी मैं अर्ज कर दें। और वासना किस दी आउंदी है? जो नहीं है। फिर वासना दे केंद्र 3 मन्ने ने, बुनियादां 3 मनियां ने। ध्यान नाल सुनना, इसनूं अर्ज करके फिर मैं पौड़ी दे अर्थ करके समाप्ति करांगा। और इस समाप्ति भी मजबूरी च मैं कर रहा, इस पौड़ी च बड़ा कुछ छुपिया पिया। कोशिश मेरी यही सी कि कम से कम अंतरीव तीरथ दी ते पूरी समझ आ जाए, इस वास्ते मैं इन्ने दिन लाए ने। कि किधरे इस तरह का भी नहीं समझ लेना कि मैं हंकार प्रगट कर रहा, मैनू भी सिर्फ समझ आई है, तीरथ ते पहुंचे मैं कोई नहीं, ये भी मैं अर्ज करते हैं। समझ जरूर आई है। चलो इतना हंकार मैं थोड़े सामने प्रगट कर दें। 45 साल कथा कर करके इतनी समझ आई है कि एक दफा वाहिगुरु आखदे सारे गुनाह मिटणगे, करोड़ दफा आखदे नहीं मिटणगे, नहीं मिटणगे। इतनी समझ जरूर आई है। जन्म मरण मिटेगा, अकाल विच पहुंचदे हैं, काल विच रहिंदे हैं नहीं। गुजरे हुए समय दियां यादां, आने वाले समय की चिंता, ये जमदा रहेगा मरदा रहेगा, जम जम मरे, मरे फिर जमे, बहुत सजाए पया दे लम्मे। दुख भोगण लई जन्म ते चाहीदा, जीवन ते चाहीदा। जन्म ही नरक है, जीवन ही नरक है, ये भी मैं अर्ज करते हैं। स्वर्ग अकाल है, काल दे च नहीं है स्वर्ग, इस चक्कर च ना पैना। काल दे सहूलतां आउंदियां ने, सहूलतां नूं मनुख सुख कह देंदा है। और ऐसे सुख जिन्हां दे पिछे दुख ने। मैं हुणे ही अर्ज कीती है, ये 2 तरह के भगत ने। एक कह रहा है नहीं ये सुख चाहिदा, कबीर कह रहा है। क्यों कह रहा है? सुख मांगत दुख आगल आवे, जितना सुख मिलता है उतना ही नाल दुख मिलता है, उतना ही दुख मिलता है। कल्ला सुख है ही नहीं। आम मनुख दी ते यही समझ है ना, कल्ला सुख होंदा है, नहीं होंदा। अगर कोई ऐसा समझदा पिया तो गलत समझदा पिया, ये मैं अर्ज कर दें। कल्ला सुख नहीं होंदा, सुख दे पिछे दुख होंदा है। कल्ला जन्म नहीं होंदा, जन्म दे पिछे मरण होंदा है। जे रोज रोज मनुख जी रहा है तो मैं अर्ज करा रोज रोज मर भी रहा है, ये दोवें इकट्ठे ही भोग रहे। तुसी आखोगे रोज रोज किस तरह मर रहे हैं? एक उदाहरण दिया, 5 साल का बच्चा है ते अज दा दिन लंघ गया ते मां कहती है मेरा बच्चा एक दिन वड्डा हो गया। 5 साल ते एक दिन, मेरा बच्चा वड्डा हो गया। कबीर कहते एक दिन छोटा हो गया, छोटा हो गया।
अगर इसने 70 साल जीवना है तो अज का एक दिन लंघ गया, घट गया, वध किस तरह गया? कबीर कहते वो क्यों सोचते हो, घट गया। जननी जानत है सुत बड़ा होत है, इतनक न जाने जे दिन दिन औद घटत है। एक दिन ते घट गया। हुण कबीर दा पैमाना अलग है, नाप तोल अलग ने उहदे। आम जगत दा अलग है, भी ये ते वड्डा हो गया बच्चा। कबीर कह रहे छोटा हो गया, वड्डा भी होंदा जा रहा है, छोटा भी होंदा जा रहा है। मनुख जी भी रहा है, मर भी रहा है, वध भी रहा है, घट भी रहा है। ऐसा कोई वधना नहीं है जिहदे च घटना नहीं है। छिन छिन औद बेहात है, फूटे घट ज्यों पानी। बस इत्थों ही ले लो। अगर जीवन रोज रोज वध रहा है तो रोज रोज नाल घट रहा है, बाकी सब कुछ दे नाल यही नुकता जोड़ लेना। सब कुछ दे नाल कुछ भी होवे उहदे नाल ये नुकता जोड़ लेना। वध रहा है, घट रहा है, ये दोवें इकट्ठे ही चलते हैं, अलग अलग नहीं चलते, इकट्ठे ही चलते। मान सन्मान वध रहा है, घट भी रहा है, सदा किसदा रहा है, ये भी मैं अर्ज करते हैं। इस वास्ते जिन्हां दी समझ ये गल आई है वो काल चो निकलण दी कोशिश करते हैं, यतन करते हैं। तो काल दे च मनुख क्यों रहना चाहता है? काल दी बड़ी पकड़ है, काल दी बड़ी ममता है, समय दी बड़ी ममता है। मनुख समय चो नहीं निकलना चाहता। इतनी ममता है, हर वक्त गुजरे हुए समय दियां यादां च बैठा हुंदा है, हर वक्त आने वाले समय की चिंता च बैठा हुंदा है। बड़ी पकड़, बड़ी पकड़। गुरबाणी कहती है वासना करके। भाई गुरदास जी कहते हैं वासना करके। वासना हमेशा उसदी आउंदी है, किसदी? जो नहीं है। बड़े ध्यान नाल सुनना तुसीं सारे सियाणे सूझवान। उसदी ते वासना हो ही नहीं सकती, जो है वो तो है ही। वासना उसदी आउंदी है जो नहीं है। कि वासना दे तीन केंद्र मन्ने गए ने, तीन बुनियादां मनिया गई। वासना दे तीन झरने मन्ने गए, तीन थावां तो निकलदी है। इहदियां तीन बुनियादां ने जिन्हां दे उत्ते इहदा तामीर हुंदी है, उसरदी है। इहनूं इंज कहंदे ने हंकार वासना, लोभ वासना, काम वासना। ये वासना दे तीन केंद्र ने। अहंकार वासना, लोभ वासना, काम वासना। अहंकार वासना जितनी इज्जत है नहीं होर होवे, जितनी प्रभुता है नहीं, पिंड दे चौधरियां नहीं, पिंड दे चौधरी नाल खेड़ नहीं बनती, MP बन जाइए। अहंकार वासना MP बन गए, इहदे नाल भी गल नहीं बनती, मिनिस्टर बन जाइए। कोई 15-16 साल पुरानी गल है। एक सज्जन दरबार साहब मेरे कमरे च आया, नाल 4-5 गनमैन होर चंगे मिलनसार मनुख होर नाल सन। रस्मी गुफ्तगू तो बाद कहने लगा मस्किन जी अज मेरे लिए अरदास करनी जब दरबार साहब जाओगे। मैं की अरदास करनी है? कहने लगे इस तरह है, MP ते हुण मैं कई दफा रह चुके हैं, छोटी मोटी मिनिस्ट्री भी मिलती रही है, तुसीं अरदास करो चीफ मिनिस्टर हो जावा। मैं किसी होर जगह ते जा, मैनू इस तरह दी अरदासां करनियां आउंदियां नहीं, और इस दे नाल तैनूं संतुष्टि हो जानी है, ये तेरा ख्याल है। वासना नहीं रुकती। वासना हमेशा उसदी आउंदी है जो नहीं है, जो नहीं है। चीफ मिनिस्टर भी बन जाएगा तो फिर की है, प्राइम मिनिस्टर बनने की ख्वाहिश पैदा हो जाएगी,
वासना पैदा हो जाए। वासना तो हमेशा अगे जाती है, हमेशा अगे जाती है। वो चीफ मिनिस्टर ते ना बनया, लेकिन एक दिन मैनू कपूरथले मिले, कहना मस्कीन जी तुसी ठीक कहंदे हो। मैं कहा मेरा आख्या होया ठीक लग्या है, इस तरह लग्या है जिवें लोमड़ी कहंदी सी अंगूर खट्टे ने, खट्टे ने। उदों तुसी नहीं आख्या सी, उदों तो मेरी गल दा तुसी बुरा मनाया सी। हुण अंगूर खट्टे ने, हन ते मिठे, पर हुण हथ नहीं पहुंचदा, खट्टे ने। वासना हमेशा उसदी आउंदी है जो नहीं है, नहीं है। इस आधार ते इस तरह दियां फोखियां अरदासां मेरे कोल होईयां नहीं ते कईयां कोल नास्तिक होने का यह इल्जाम मैं लिया है। यह भी मैं अर्ज करा। अहंकार वासना, लोभ वासना, जिन्ना धन है जितना पदार्थ है उते है, वासना उसदी नहीं। वासना उसदी आउंदी जो हुण भी नहीं है। जितनी संपदा है उसदी वासना नहीं होते है, जितना धन है होते है। वासना उसदी है जो हुण भी नहीं है, जो हुण भी नहीं है। काम वासना जो रूप नहीं है, और मैं अर्ज करा वासना किसी थां ते भी नहीं रुकती। ना अहंकार वासना, ना लोभ वासना, ना काम वासना। 600 बेगमां सन निजाम हैदराबाद दियां, क्या वासना रुक गई सी? वासना ते नहीं रुकी, जिंदगी खत्म हो गई सी उहदी वासना दे च। 400 महाराणियां सन महाराजा पटियाला दियां, क्या वासना मिट गई सी? नहीं, खुद मिट गया। महाराजा पटियाला मिट गया, वासना थोड़ी मिटती है। वासना ने फिर जन्म दिता होगा। वासना बद्दा आवे जाए। कहते शरीर बुढ़ा हो जाता है, वासना नहीं बुढ़ी होती। वासना सदा जवान रहती है। अगर वासना भी बुढ़ी हो जाए तो अगला जन्म नहीं हो सकता। शरीर खत्म हो गया, मर गया, वो वासना कि अगे फिर मां बाप की वासना त्रिवेणी का संगम होकर जन्म हो जाता है, जन्म हो जाता है। वासना ही नहीं रही, अगला जन्म नहीं हो सकता। ये भी मैं अर्ज करते हैं। ऐसा मनुख अमर जिंदगी को प्राप्त कर लेगा। वासना रहिंदी है, शरीर बिरद हो जाता है, वासना बिरद नहीं आती। मेरे नाल इंडिया 3-4 सज्जन ऐसे भी रहे ने, शरीर बिल्कुल ठीक सी, 95-96 साल दे सन। सारे लोग उन्होंने बाबा बाबा करके बुलान, बड़े लंबे दाड़े सन। मेरे नाल दे जिहड़े साथी ने उन्होंने सारिਆਂ ਨੂੰ पता है। और सुभाविक मैं उन्होंने कई दफा रोंदा होया देखदा सी, और एक दिन सच्चाई कबूल की भी ज्ञानी जी तुसी ठीक कहंदे हो, शरीर बिरद हो गया, वासना जवान है, वासना नहीं मरती। ये मैं आम पद्धर दे मनुख की गल नहीं कर रहा, ऐसे मनुख की गल कर रहा जो घट तो घट 3-4 घंटे वाहिगुरु मंत्र का जप करदा सी, पूरा नितनेम भी करदा सी, और सुखमनी साहब दे 2 पाठ करदा सी, सवेरे भी करदा सी, शामी भी करदा सी। और एक दिन ज़ारो ज़ार रोया, कहंदे ज्ञानी जी की करिए, वासना तो नहीं मिटदी, शरीर तो मिटण नूं आ गया, शरीर तो मिटण नूं आ गया। कोई ढेले रहन लग पे सन, कहने के शरीर तो मिटण नूं आ गया, वासना तो नहीं मिटी, तो तुसी कहंदे वासना है तो फिर जन्म हो जाएगा। तो कहंदा जिन्ना पौड़ियां चो मैं लंघा फिर लंघांगा। इस वास्ते भारत दे सब तो वड्डा दुख मनदे ने जन्म ते मरण। जन्म हो गया है तो हुण दुखां दा मूल ते बज गया, हुण सारे दुख भोगेगा। बार बार दा जमना मरना इसे नूं दोजक मन्निया, इसे नूं नरक मन्निया।